ਦੁਆਬੇ ਦਾ ਸੁਭਾਅ ਬੁਲਟ ਮੋਟਰਸਾਈਕਲ ਦੀ ਤਰ੍ਹਾਂ ਹੈ। ਜੇ ਚੱਲਣਾ ਹੈ ਤਾਂ ਸਾਰਿਆਂ ਨੂੰ ਪਿੱਛੇ ਛੱਡ ਦੇਣਾ, ਜੇ ਨਹੀਂ ਚੱਲਣਾ ਤੇ ਖੜੇ ਰਹਿਣਾ। ਇਸੇ ਤਰੀਕੇ ਨਾਲ 26 ਅਤੇ 27 ਤਰੀਕ ਨੂੰ ਦਿੱਲੀ ਜਾਣ ਦਾ ਹੋਕਾ ਦੇ ਰਹੇ ਨੇ ਕਿਸਾਨ। ਪਰ ਕਿਸਾਨ ਯੂਨੀਅਨ ਦੁਆਬਾ ਦੇ ਵੱਲੋਂ ਇੱਕ ਦਿਨ ਪਹਿਲਾਂ ਹੀ ਦਿੱਲੀ ਨੂੰ ਕੂਚ ਕੀਤੀ ਜਾਣੀ ਹੈ। ਸਭ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ। ਦੁਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਸਾਡੇ ਨਾਲ ਹੈਗੇ ਆ। ਰਾਏ ਸਾਹਿਬ, ਠੀਕ ਹੈ ਕਿ ਬੁਲਟ ਮੋਟਰਸਾਈਕਲ ਦੀ ਤਰ੍ਹਾਂ ਆ ਦੁਆਬੇ ਦਾ ਸੁਭਾਅ, ਅੱਬਲ ਤੇ ਚੱਲਣਾ ਨਹੀਂ, ਜੇ ਚੱਲਣਾ ਹੈ ਤਾਂ ਸਭ ਤੋਂ ਅੱਗੇ ਚੱਲਣਾ। ਇੱਕ ਦਿਨ ਪਹਿਲਾਂ ਹੀ ਦਿੱਲੀ ਨੂੰ ਚਲੇ ਜਾਣਾ ਤੁਸੀਂ? ਜੀ ਬਿਲਕੁਲ ਬਿਲकुल, ਕਿਉਂਕਿ ਟਰਾਲੀਆਂ ਤੇ ਜਾਣਾ ਤੇ ਸਮਾਂ ਲੱਗਣਾ। ਇਸ ਕਰਕੇ ਅਸੀਂ ਜਿਹੜੀ ਤਿਆਰੀ ਆ ਉਹ 25 ਤਰੀਕ 10 ਵਜੇ ਫਗਵਾੜਾ ਦਾਣਾ ਮੰਡੀ ਦੀ ਕੀਤੀ ਹੈ। ਉੱਥੋਂ ਅਸੀਂ 10 ਵਜੇ ਇਕੱਠੇ ਹੋ ਕੇ ਚਾਲੇ ਪਾਉਣੇ ਆ ਦਿੱਲੀ ਵੱਲ। ਸੋ ਇਹ ਤਾਂ ਗੱਲ ਪੱਕੀ ਹੈ ਕਿ ਦੁਆਬਾ ਜ਼ਰੂਰ ਲੇਟ ਤੁਰਦਾ, ਪਰ ਹਮੇਸ਼ਾ ਇਤਿਹਾਸ ਫੋਲ ਕੇ ਦੇਖ ਲਓ, ਜਦੋਂ ਪ੍ਰਾਪਤੀਆਂ ਵੱਲ ਗਿਆ ਤੇ ਦੁਆਬਾ ਹੀ ਅੱਗੇ ਹੋ ਕੇ ਗਿਆ। ਸੋ ਇਸ ਕਰਕੇ ਆਪਾਂ ਦੁਆਬੇ ਵਾਲੇ ਜਿਹੜੇ ਆ ਉਹ 25 ਨੂੰ ਆਪਾਂ 10 ਵਜੇ ਤੋਂ ਕੂਚ ਕਰਾਂਗੇ। ਥੋੜਾ ਰੋਡ ਮੈਪ ਦੱਸੋਗੇ ਕਿ ਕਿੱਥੋਂ ਕਿੱਥੋਂ ਚੱਲਣਾ ਆ ਤੁਹਾਡੀ ਜਥੇਬੰਦੀਆਂ? ਕਿਉਂਕਿ ਇੱਕ ਟਾਰਗੇਟ ਹੋਊਗਾ, ਜਿਵੇਂ ਬਹਿਰਾਮ ਟੋਲ ਪਲਾਜ਼ਾ ਆ ਫਗਵਾੜੇ ਤੋਂ, ਕਿੱਥੋਂ ਕਿੱਥੋਂ ਕੱਟ ਕਰਕੇ ਅੱਗੇ ਜਾਓਗੇ? ਅਸੀਂ ਦੇਖੋ ਪਹਿਲਾਂ ਪਿੱਛੋਂ ਹੁਸ਼ਿਆਰਪੁਰ ਤੋਂ ਜਿਹੜਾ ਹੈ ਉਹ ਅਸੀਂ ਇੱਕ ਰਸਤੇ 'ਚ ਬਾਬੇ ਦਾ ਢਾਬਾ, ਉੱਥੋਂ ਇਕੱਠੇ ਹੋਣਾ ਔਰ ਰੋਟੀ ਪਾਣੀ ਖਾ ਕੇ ਤੇ ਉੱਥੋਂ ਇਕੱਠੇ ਹੋਣਾ। ਉੱਥੋਂ ਅੱਗੇ ਜਾਣਾ ਦਾਣਾ ਮੰਡੀ ਫਗਵਾੜਾ ਦੇ ਵਿੱਚ। ਫਿਰ ਉਸ ਤੋਂ ਅੱਗੇ ਸਾਡੀ ਜਿਹੜੀ ਜਥੇਬੰਦੀ ਦੇ ਬਾਕੀ ਆਗੂ ਆ ਫਲੌਰ ਤੋਂ ਰਲਣਗੇ। ਇਦਾਂ ਰਸਤੇ 'ਚ ਬਾਕੀ ਰਲਦੇ ਜਾਣਗੇ। ਅਸੀਂ ਇਹ ਰੂਟ ਰੱਖਿਆ ਇਹੀ ਲੁਧਿਆਣਾ ਸਿੱਧਾ ਸ਼ੰਭੂ ਨੂੰ। ਸੋ ਇਹ ਰਸਤੇ ਦਿੱਲੀ ਪਹੁੰਚਾਂਗੇ ਜੀ। ਇਹ ਵੀ ਸ਼ੱਕ ਜਤਾਇਆ ਜਾ ਰਿਹਾ, ਕਹਿੰਦੇ ਸ਼ੰਭੂ ਦੇ ਉੱਪਰ 26 ਤਰੀਕ ਨੂੰ ਸਾਰਿਆਂ ਨੂੰ ਰੋਕ ਦਿੱਤਾ ਜਾਊਗਾ। ਕਿਤੇ ਪਹਿਲਾਂ ਇਸੇ ਕਰਕੇ ਤਾਂ ਨਹੀਂ ਜਾ ਰਹੇ ਕਿ ਅਸੀਂ ਸ਼ੰਭੂ ਟੱਪ ਜਾਈਏ? ਹਾਂ ਬਿਲਕੁਲ, ਸਾਡੀ ਇਹ ਗੱਲ ਹੈ ਕਿ ਅਸੀਂ ਜਦੋਂ ਇੱਥੋਂ ਕੂਚ ਕਰਨਾ ਤੇ ਅਸੀਂ ਇਹ ਵੀ ਪ੍ਰੋਗਰਾਮ ਬਣਾਇਆ ਕਿ ਸਿਰਫ ਲੰਗਰ ਛਕਣ ਵਾਸਤੇ ਰਾਹ 'ਚ ਰੁਕਾਂਗੇ ਔਰ ਲੰਗਰ ਅਸੀਂ ਤਿਆਰ ਕਰਕੇ ਨਾਲ ਲੈ ਜਾਣਾ। ਕਿਉਂਕਿ ਜਦੋਂ ਧੁਰ ਪਹੁੰਚ ਗਏ ਤਾਂ ਉਹ ਅਸੀਂ ਸਾਜੋ ਸਮਾਨ ਚੱਲੇ ਆ ਸਾਰਾ ਉੱਥੇ ਬਣਾਵਾਂਗੇ, ਪਰ ਰਸਤੇ ਵਾਲਾ ਲੰਗਰ ਅਸੀਂ ਤਿਆਰ ਕਰਾ ਕੇ ਵਿੱਚ ਰੱਖ ਲੈਣਾ ਟਰਾਲੀਆਂ ਦੇ, ਔਰ ਉਹ ਰਸਤੇ 'ਚ ਲੰਗਰ ਛਕਣ ਨੂੰ ਰੁਕਾਂਗੇ। ਨਹੀਂ ਤਾਂ ਅਸੀਂ ਦਿਨ ਰਾਤ ਚੱਲਦੇ ਰਵਾਂਗੇ, ਰੁਕਾਂਗੇ ਨਹੀਂ। ਇਸ ਕਰਕੇ ਸਾਡੀ ਕੋਸ਼ਿਸ਼ ਹੈ ਕਿ ਅਸੀਂ 26 ਤਰੀਕ ਨੂੰ ਦਿੱਲੀ ਪਹੁੰਚੀਏ। ਟਾਰਗੇਟ ਦਿੱਲੀ ਦਾ ਹੀ ਆ ਕਿ ਜਾਂ ਫਿਰ ਕਿਉਂਕਿ ਸ਼ੰਕਾ ਇਹ ਵੀ ਹੋ ਰਹੀ ਹੈ ਕਿ ਰੋਕ ਦਿੱਤਾ ਜਾਊਗਾ ਰਸਤੇ ਦੇ ਵਿੱਚ? ਜੇਕਰ ਤੁਹਾਨੂੰ ਰਸਤੇ 'ਚ ਰੋਕ ਦਿੱਤਾ ਗਿਆ ਤਾਂ ਫਿਰ ਕੀ ਕਰੋਗੇ? ਦੇਖੋ, ਸਾਡਾ ਟਾਰਗੇਟ ਹੈਗਾ ਦਿੱਲੀ ਦਾ, ਰਾਮਲੀਲਾ ਗਰਾਊਂਡ ਦਾ। ਪਰ ਜੇਕਰ ਸਾਡੇ ਨਾਲ ਕੋਈ ਜ਼ਿਆਦਾ ਪ੍ਰਸ਼ਾਸਨ ਧੱਕਾ ਕਰਦਾ ਤੇ ਇਸ ਕਰਕੇ ਅਸੀਂ ਕੋਈ ਇਦਾਂ ਦਾ ਵੀ ਮਾਹੌਲ ਨਾ ਕ੍ਰੀਏਟ ਕਰੀਏ। ਪਰ ਇਹ ਜ਼ਰੂਰ ਹੈ, ਜੇ ਦਿੱਲੀ ਸਾਨੂੰ ਨਹੀਂ ਵੰਡ ਦੇਣਾ ਤਾਂ ਫਿਰ ਦਿੱਲੀ ਵਾਲੇ ਆਪਾਂ ਵੀ ਨਹੀਂ ਇੱਧਰ ਵੰਡ ਦੇਣੇ। ਫਿਰ ਬਿਲਕੁਲ ਸੜਕਾਂ ਬੰਦ ਕਰਾਂਗੇ, ਕਿਉਂਕਿ ਹਰਿਆਣੇ ਵਾਲੇ ਕਿਸਾਨ ਚੱਲਣਗੇ ਸਾਤੋਂ ਅੱਗੇ, ਉਹ ਦਿੱਲੀ ਵੱਲ ਜਾਣਗੇ, ਉੱਥੋਂ ਬਾਰਡਰ ਬਲੌਕ ਕਰ ਦੇਣਗੇ। ਸਾਰੇ ਦਿੱਲੀ ਦੇ ਬਾਰਡਰ ਬਲੌਕ ਹੋਣਗੇ। ਯੂਪੀ ਵਾਲੇ ਯੂਪੀਓਂ ਕਰਨਗੇ, ਉਹ ਸਾਰੇ ਹੀ ਛੱਤੀਸਗੜ੍ਹ ਵਾਲੇ ਉਧਰੋਂ ਆਣਗੇ, ਮੱਧ ਪ੍ਰਦੇਸ਼ ਆਏਗਾ, ਰਾਜਸਥਾਨ ਆਏਗਾ, ਜਿੱਥੋਂ ਜਾਣਗੇ ਸਾਰੇ ਬਾਰਡਰ ਬਲੌਕ ਕਰ ਦੇਣ। ਪਿੰਡਾਂ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਨੇ। ਮੀਟਿੰਗ ਦੇ ਵਿੱਚ ਮੈਂ ਸੁਣਿਆ ਕਿ ਤੁਸੀਂ ਰਾਸ਼ਨ ਪਾਣੀ ਦਾ ਕਹਿ ਰਹੇ ਹੋ, ਟਰਾਲੀਆਂ ਦਾ ਕਹਿ ਰਹੇ ਹੋ। ਮਤਲਬ ਇਹਦਾ ਕੋਈ ਟਾਈਮ ਬਾਉਂਡ ਹੈ ਕਿ ਇੰਨਾ ਚਿਰ ਸੰਘਰਸ਼ ਚੱਲਣਾ? ਕੋਈ ਟਾਈਮ ਬਾਉਂਡ ਨਹੀਂ ਜੀ, ਇਹ ਅਣਮਿੱਥੇ ਸਮੇਂ ਲਈ ਹੈ। ਇਹਨੂੰ ਮਹੀਨਾ ਲੱਗਦਾ, 2 ਲੱਗਦੇ, 6 ਲੱਗਦੇ, ਸਾਲ ਲੱਗਦਾ। ਇਹ ਅੰਦੋਲਨ ਇਦਾਂ ਹੀ ਚੱਲੇਗਾ ਜਿੰਨਾ ਚਿਰ ਨਰਿੰਦਰ ਮੋਦੀ ਇਹ ਜਿਹੜੇ ਕਾਲੇ ਕਾਨੂੰਨ ਹੈ ਵਾਪਸ ਨਹੀਂ ਲੈਂਦਾ। ਗੱਲ ਇਹ ਵੀ ਹੋ ਰਹੀ ਹੈ ਕਿ ਅੱਜ ਤੋਂ ਕਿਸਾਨਾਂ ਨੇ ਪਟਰੀਆਂ ਤੋਂ ਧਰਨੇ ਚੱਕ ਲਏ। ਵੈਸੇ ਪਟਰੀਆਂ ਤੇ ਬੈਠੇ ਹੀ ਨਹੀਂ ਸੀਗੇ, ਪਰ ਕਹਿੰਦੇ ਕਿ ਅੱਜ ਤੋਂ ਟ੍ਰੇਨਾਂ ਜਿਹੜੀਆਂ ਨੇ ਚੱਲ ਸਕਦੀਆਂ ਨੇ ਸ਼ਾਮ ਤੋਂ। ਕਹਿੰਦੇ ਨੇ ਕੁਝ ਜਿਹੜੇ ਲੋਕਾਂ ਦੇ ਵਿੱਚ ਇਹ ਵੀ ਮੈਸੇਜ ਆ ਰਿਹਾ ਕਿ ਕਿਸਾਨ ਦਾ ਸੰਘਰਸ਼ ਝੁਕ ਰਿਹਾ, ਠੰਡਾ ਪੈ ਰਿਹਾ ਹੈ। ਨਹੀਂ, ਬਿਲਕੁਲ ਨਹੀਂ ਝੁਕ ਰਿਹਾ ਜੀ। ਅਸੀਂ ਕਿਸਾਨ ਅੰਦੋਲਨ ਅੱਗੇ ਨੂੰ ਵਧਿਆ, ਇਹ ਉਹਦਾ ਹੀ ਨਤੀਜਾ ਆ ਕਿ ਦਿੱਲੀ ਵੱਲ ਕੂਚ ਕਰ ਰਹੇ ਆ। ਪਰ ਹਰ ਅੰਦੋਲਨ ਇਦਾਂ ਹੀ ਕਰਦੇ ਆ ਆਪਾਂ ਕਿ ਅਗਰ ਇੱਕ ਅੰਦੋਲਨ ਜਿਹੜਾ ਆ ਵੱਖਰੇ ਉਹਦੇ ਤਰੀਕੇ ਹੁੰਦੇ ਆ, ਬੜੀ ਵੱਖਰੀ ਰੂਪਰੇਖਾ ਹੁੰਦੀ ਹੈ। ਪਹਿਲੀ ਸਾਡੀ ਰੂਪਰੇਖਾ ਸੀ ਟਰੈਕਟਰਾਂ ਦਾ ਮਾਰਚ, ਦੂਜੀ ਰੂਪਰੇਖਾ ਸੀ ਹਾਈਵੇ ਬੰਦ ਕਰਨੇ, ਤੀਜੀ ਰੂਪਰੇਖਾ ਸੀ ਸਟੇਸ਼ਨਾਂ ਤੇ ਜਾਣਾ, ਚੌਥੀ ਰੂਪਰੇਖਾ ਸੀ ਸਾਰੇ ਟੋਲ ਪਲਾਜ਼ੇ ਬੰਦ ਕਰ ਦੇਣੇ, ਮਾਲ ਬੰਦ ਕਰ ਦੇਣੇ। ਹੁਣ ਸਾਡੀ ਰੂਪਰੇਖਾ ਦਾ ਹਿੱਸਾ ਦਿੱਲੀ ਜਾਣਾ ਤੇ ਦਿੱਲੀ ਵੱਡੀ ਗਿਣਤੀ 'ਚ ਜਾਣੀ ਹੈ। ਇਸ ਕਰਕੇ ਮੈਨ ਪਾਵਰ ਨੂੰ ਦੇਖਦੇ ਹੋਏ ਅਸੀਂ ਉਹਨਾਂ ਨੂੰ ਪਲੇਟਫਾਰਮਾਂ ਤੋਂ ਆਪਣੇ ਜਿਹੜੇ ਕਾਰਕੁਨ ਘਟਾਏ ਆ, ਬਿਲਕੁਲ ਚੁੱਕੇ ਨਹੀਂ। ਪਰ ਜਿਹੜਾ ਪੈਸੇਂਜਰ ਟ੍ਰੇਨਾਂ ਖੋਲੀਆਂ ਉਹਦਾ ਕਾਰਨ ਇਹ ਹੈ ਸਭ ਤੋਂ ਵੱਡਾ ਕਿ ਪੰਜਾਬ ਦੀ ਆਰਥਿਕਤਾ ਨੂੰ ਅਸੀਂ ਸੱਟ ਮਾਰ ਰਹੇ ਹਾਂ। ਹੁਣ ਤੱਕ ਅਸੀਂ ਇਹ ਸਮਝਦੇ ਹਾਂ ਜਥੇਬੰਦੀਆਂ ਵਾਲੇ ਕਿ ਵੱਡਾ ਨੁਕਸਾਨ ਪੰਜਾਬ ਦਾ ਹੋਇਆ, ਦਿੱਲੀ ਦਾ ਥੋੜਾ ਹੋਇਆ। ਤੇ ਦਿੱਲੀ ਦਾ ਵੱਡਾ ਨੁਕਸਾਨ ਕਰਨਾ, ਪੰਜਾਬ ਦਾ ਨਹੀਂ ਕਰਨਾ। ਇਸ ਕਰਕੇ ਮਾਲ ਗੱਡੀਆਂ ਆਉਣ ਦਿਓ, ਇੰਡਸਟਰੀ ਦਾ ਮਾਲ ਵੀ ਆਵੇ, ਸਾਡੇ ਕਿਸਾਨਾਂ ਲਈ ਖਾਦ ਵੀ ਆਵੇ, ਤੇ ਜਿਹੜਾ ਕੋਲਾ ਪਲਾਂਟ ਹੈਗੇ ਆ ਬਿਜਲੀ ਵਾਲੇ ਉਹਨਾਂ ਨੂੰ ਕੋਲਾ ਵੀ ਆਵੇ। ਸੋ ਇਸ ਕਰਕੇ ਪੰਜਾਬ ਦੀ ਆਰਥਿਕਤਾ ਨੂੰ ਦੇਖਦੇ ਹੋਏ, ਪੰਜਾਬ ਦੇ ਹਿੱਤਾਂ ਨੂੰ ਦੇਖਦੇ ਹੋਏ ਤੇ ਆਪਣੇ ਦਿੱਲੀ ਚਲੋ ਪ੍ਰੋਗਰਾਮ ਨੂੰ ਤਕੜਾ ਕਰਨ ਲਈ ਇਸ ਕਰਕੇ 15 ਦਿਨ ਦੀ ਛੋਟ ਦਿੱਤੀ ਹੈ। ਬਿਲਕੁਲ ਉਹਨੂੰ ਅਸੀਂ ਇਹ ਨਹੀਂ ਕਿ ਚੁੱਕ ਲਿਆ। ਸਾਡੇ ਜਿਹੜੇ ਜਥੇਬੰਦੀਆਂ ਦੇ ਕੁਛ ਆਗੂ ਆ, ਥੋੜੀ ਗਿਣਤੀ ਘਟਾਈ ਆ ਉੱਥੇ,
ਉਹ ਬੈਠੇ ਰਹਿਣਗੇ ਪਾਰਕਾਂ 'ਚ। ਅਸੀਂ ਉਹਨਾਂ ਨੂੰ ਖੁੱਲ੍ਹ ਦੇਤੀ ਵੀ 15 ਦਿਨ ਜਿਹੜੀਆਂ ਯਾਤਰੀ ਟ੍ਰੇਨਾਂ ਉਹ ਵੀ ਖੋਲ ਦਿੰਦੇ ਆ, ਪਰ ਅਗਰ ਜੇ ਦਿੱਲੀ ਸਰਕਾਰ ਨਹੀਂ ਝੁਕਦੀ ਫਿਰ ਬੰਦ ਕਰ ਦੇਵਾਂਗੇ। ਸੰਘਰਸ਼ੀ ਤੇ ਧਰਨਿਆਂ ਦੇ ਵਿੱਚ ਤੁਹਾਡਾ ਬੜਾ ਲੰਬਾ ਤਜਰਬਾ ਵਾ, ਇਹ ਸੰਘਰਸ਼ ਨੂੰ ਕਿਵੇਂ ਦੇਖਦੇ ਹੋ, ਇਸ ਅੰਦੋਲਨ ਨੂੰ ਕਿਵੇਂ ਦੇਖਦੇ ਹੋ? ਕਿੰਨੇ ਕੁ ਲੋਕ ਜਾਣਗੇ, ਕਿੱਥੇ ਕੁ ਰੋਕ ਸਕਦੇ ਆ ਤੇ ਕਿੰਨੇ ਕੁ ਦਿਨ ਚੱਲ ਸਕਦਾ ਇਹ ਸੰਘਰਸ਼? ਜਿਹੜਾ ਜੀ ਅਸੀਂ ਜਿੰਨੇ ਕਿਸਾਨ ਆਗੂ ਨੇ ਸਾਰਿਆਂ ਨੇ ਬੜੀ ਸੋਚ ਸਮਝ ਕੇ ਪਲਾਨ ਕਰਕੇ ਇਹਨੂੰ ਵਿੱਢਿਆ, ਔਰ ਇਹ ਲੰਬਾ ਚੱਲੇਗਾ। ਇਹ ਕਿੰਨੇ ਕੁ ਦਿਨ ਵਾਲੀ ਗੱਲ ਨਹੀਂ, ਇਹ ਲੰਬਾ ਚੱਲੇਗਾ। ਔਰ ਇਹ ਵੀ ਗੱਲ ਹੈ ਕਿ ਅਸੀਂ ਡਿਊਟੀਆਂ ਵੰਡ ਲਈਆਂ, ਹਰ ਨਗਰ ਵਾਲਿਆਂ ਨੇ, ਹਰ ਪਿੰਡ ਵਾਲਿਆਂ ਨੇ, ਹਰ ਸ਼ਹਿਰ ਵਾਲਿਆਂ ਨੇ ਆਪਣੀਆਂ ਆਪਣੀਆਂ ਡਿਊਟੀਆਂ ਤੇ ਆਈ ਜਾਣਾ ਜਾਈ ਜਾਣਾ, ਪਰ ਉਹਨੂੰ ਲੰਬਾ ਚਲਾਉਣਾ। ਉਹ ਜਿੰਨਾ ਲੰਬਾ ਚੱਲੇਗਾ ਚਲਾਵਾਂਗੇ। ਔਰ ਜਿਹੜੀ ਤੁਸੀਂ ਕਿਹਾ ਵੀ ਸੰਘਰਸ਼ ਕਿਵੇਂ ਆਏ, ਇਹ ਸੰਘਰਸ਼ ਅੱਗੇ ਨੂੰ ਅੱਗੇ ਵਧਿਆ। ਤੁਸੀਂ ਇਹ ਵੇਖਦੇ ਹੋਵੋਗੇ ਕਿ ਪੰਜਾਬ ਸਰਕਾਰ ਨੇ ਮਤੇ ਪਾਏ ਉਸ ਸੰਘਰਸ਼ ਨੂੰ ਦੇਖਦੇ ਹੋਏ, ਬੀਬਾ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇਣਾ ਪਿਆ ਸੰਘਰਸ਼ ਦੇ ਦੇਖਦੇ ਹੋਏ। ਔਰ ਅਗਰ ਸੈਂਟਰ ਸਰਕਾਰ ਨੇ ਪਹਿਲਾਂ ਫੇਕ ਜੇ ਚਿੱਠੀ ਪਾਈ ਸੀ, ਫਿਰ ਚਿੱਠੀਆਂ ਪਾਈਆਂ, ਆਪ ਨਹੀਂ ਮਿਲੇ, ਫਿਰ ਸੰਘਰਸ਼ ਨੂੰ ਦੇਖਦੇ ਹੋਏ ਮੰਤਰੀ ਵੀ ਆਏ। ਔਰ ਇਸ ਸੰਘਰਸ਼ ਨੂੰ ਦੇਖਦੇ ਬੜਾ ਕੁਝ ਹੋਏਗਾ। ਔਰ ਇਸ ਕਰਕੇ ਸੰਘਰਸ਼ ਪਿੱਛੇ ਨਹੀਂ ਹੋਇਆ, ਅੱਗੇ ਵਧਿਆ, ਹਰ ਸਟੈਪ ਤੇ ਅੱਗੇ ਆਏ। ਮੈਂ ਤਾਂ ਸੁਣਿਆ ਕਹਿੰਦੇ ਖੋਏ ਦੀਆਂ ਪਿੰਨੀਆਂ ਬਣਾ ਲਈਆਂ ਕਿਸਾਨਾਂ ਨੇ ਨਾਲ ਲੈ ਕੇ ਜਾਣ ਲਈ, ਲੰਬਾ ਸੰਘਰਸ਼ ਚੱਲੂਗਾ, ਸੱਚ ਹੈ ਇਹ ਗੱਲ? ਇਹ ਸਾਡਾ ਵਿਰਸਾ ਹੈ ਜੀ ਕਿ ਸਰਦੀਆਂ ਨੂੰ ਪੰਜਾਬ ਦੇ ਲੋਕ ਜਿਨ੍ਹਾਂ ਦੇ ਘਰਾਂ 'ਚ ਖੁੱਲਾ ਦੁੱਧ ਹੈ ਉਹ ਖੋਆ ਕਾੜਦੇ ਨੇ, ਔਰ ਜਿਨ੍ਹਾਂ ਦੇ ਕੋਲ ਘਿਓ ਹੈ ਉਹ ਦੇਸੀ ਘਿਓ ਦੀਆਂ ਪਿੰਨੀਆਂ ਬਣਾਉਂਦੇ, ਅਲਸੀ ਤੇ ਮੂੰਗੀ ਦੀਆਂ ਰਲਾ ਕੇ, ਗੁੜ ਪਾ ਕੇ। ਔਰ ਉਹ ਸਾਡੇ ਬੁੜਿਆਂ ਦੀ ਖੁਰਾਕ ਹੈ, ਬਜ਼ੁਰਗਾਂ ਦੀ, ਕਿਉਂਕਿ ਬਜ਼ੁਰਗਾਂ ਨੂੰ ਠੰਡ ਨਾ ਲੱਗੇ, ਸਰੀਰ ਗਰਮੀ 'ਚ ਰਵੇ, ਇਸ ਕਰਕੇ ਘਿਓ ਔਰ ਅਲਸੀ ਦੀਆਂ ਪਿੰਨੀਆਂ ਸ਼ੁਰੂ ਤੋਂ ਖਾਂਦੇ ਆਏ ਆ। ਇਹ ਸਾਡਾ ਵਿਰਸਾ ਆ, ਸਾਡੀ ਖੁਰਾਕ ਆ, ਤੇ ਉਹਦੀਆਂ ਤਿਆਰੀਆਂ ਕਰ ਲਈਆਂ, ਪੀਪੇ ਭਰ ਲਏ ਆ, ਔਰ ਉਹ ਆਪਣੀਆਂ ਆਪਣੀਆਂ ਟਰਾਲੀਆਂ 'ਚ ਰੱਖ ਲੈਣੇ ਆ। ਜਿੰਨੇ ਦਿਨ ਰਵਾਂਗੇ ਉੱਥੇ ਪਿੰਨੀਆਂ ਵੀ ਖਾਵਾਂਗੇ ਤੇ ਪ੍ਰਸ਼ਾਦੇ ਬਣਾ ਕੇ ਵੀ ਆਪ ਛਕਾਂਗੇ। ਰਾਸ਼ਨ ਦੀ ਕਿਹੜੀ ਅਪੀਲ ਕਰ ਰਹੇ ਹੋ ਕਿ ਰਾਸ਼ਨ ਨਾਲ ਲੈ ਕੇ ਆਓ ਜਾਂ ਟਰਾਲੀਆਂ ਸਜਾ ਕੇ ਆਓ? ਮੈਂ ਤਾਂ ਇੱਕ ਜਗ੍ਹਾ ਦੇਖ ਰਿਹਾ ਟਰਾਲੀਆਂ ਬੜੀਆਂ ਸੱਜ ਰਹੀਆਂ ਨੇ, ਉਹ ਵਿੱਚ ਮੈਟ ਰੱਖ ਲਏ ਨੇ, ਬੜਾ ਵਧੀਆ ਚਾਰਜਿੰਗ ਦਾ ਸਿਸਟਮ, ਸਾਰਾ ਕੁਝ ਕਰ ਰਹੇ ਨੇ। ਦੁਆਬਾ ਕਿਸਾਨ ਯੂਨੀਅਨ ਇਦਾਂ ਦਾ ਕੁਝ ਕਰ ਰਹੀ ਹੈ, ਤੇ ਸੰਦੇਸ਼ ਕਿਹੜੀ ਚੀਜ਼ ਦਾ, ਰਾਸ਼ਨ ਕਿਹੜੀ ਦਾ ਲਾ ਰਹੀ ਹੈ? ਦੇਖੋ, ਅਸੀਂ ਜਿਹੜਾ ਸੰਦੇਸ਼ ਹੁਣ ਤੱਕ ਲਾਇਆ, ਅਸੀਂ ਇਹ ਲਾਇਆ ਵੀ ਤੁਸੀਂ ਆਪਣੀਆਂ ਟਰਾਲੀਆਂ 'ਚ ਗੱਦੇ ਰੱਖ ਕੇ ਨੀਚੇ ਰਜਾਈਆਂ ਲੈ ਕੇ ਜਾਓ। ਸਾਡੇ ਵੀ ਸਾਰੀਆਂ ਟਰਾਲੀਆਂ ਸੱਜ ਰਹੀਆਂ, ਗੱਦੇ ਲੱਗ ਰਹੇ ਉਹਨਾਂ ਦੇ ਵਿੱਚ, ਠੀਕ ਹੈ ਜੀ। ਔਰ ਸੈਕੰਡ ਜਿਹੜੀ ਗੱਲ ਹੈਗੀ ਆ ਵੀ ਤਿਆਰੀ ਰਾਸ਼ਨ ਦੀ, ਉਹ ਹਰ ਇੱਕ ਨੂੰ ਕਿਹਾ ਵੀ ਜ਼ਿਆਦਾਤਰ, ਕਿਉਂਕਿ ਸਬਜ਼ੀਆਂ ਜ਼ਿਆਦਾ ਟਾਈਮ ਉੱਥੇ ਨਹੀਂ ਰਹਿ ਸਕਦੀਆਂ, ਸਬਜ਼ੀਆਂ ਤਾਂ ਮਗਰ ਕੋਈ ਗੱਡੀ ਜਾਇਆ ਕਰੂ, ਲੈ ਜਾਇਆ ਕਰੇਗਾ, ਪਰ ਅਸੀਂ ਜਿਹੜੀਆਂ ਦਾਲਾਂ ਆ, ਸੁੱਕੀ ਰਸ, ਉਹ ਸਾਰੀ ਲਿਜਾ ਰਹੇ, ਸੁੱਕਾ ਦੁੱਧ, ਹਾਂਜੀ, ਘਿਓ, ਰਿਫਾਈਂਡ ਵਗੈਰਾ, ਉਹ ਸਾਰਾ ਹੀ ਲੈ ਕੇ ਜਾ ਰਹੇ ਜੀ ਸੌਦਾ, ਜਿੰਨਾ ਸਾਨੂੰ ਰਾਸ਼ਨ ਪਾਣੀ ਬਣਾਉਣ ਲਈ ਚਾਹੀਦਾ। ਕਿਉਂਕਿ ਪੰਜਾਬ ਦਾ ਵਿਰਸਾ ਆ, ਖੁਰਾਕ ਪੱਖੋਂ ਪੰਜਾਬ ਕਦੇ ਘਟ ਰਿਹਾ ਨਹੀਂ। ਜਿੰਨੀ ਖੁਰਾਕ ਇਹਦੇ ਘਰਾਂ 'ਚ ਖਾਂਦੇ ਸੀ, ਉਨੀ ਖੁਰਾਕ ਨਾਲ ਲੈ ਕੇ ਜਾਵਾਂਗੇ। ਕਿੰਨੇ ਕੁ ਦਿਨਾਂ ਦੀ ਲੈ ਕੇ ਜਾਓਗੇ ਨਾਲ? ਅਸੀਂ ਦੇਖੋ ਜੀ, ਇਹ ਤਾਂ ਖੁਰਾਕ ਹਾਲ ਦੀ ਘੜੀ ਜਿਹੜੀਆਂ ਮਾਲਵੇ ਦੀਆਂ ਜਥੇਬੰਦੀਆਂ ਉਹਦੀ ਇਕੱਠੀ ਲੈ ਜਾਣੀ 6-6 ਮਹੀਨੇ ਦੀ, ਔਰ ਸਾਡੀ ਜਿਹੜੀ ਆ ਅਸੀਂ 20 ਦਿਨ ਦਾ ਕਹਿ ਰਹੇ ਹਾਂ ਵੀ 20 ਦਿਨ ਦੀ ਲੈ ਕੇ ਚਲੋ, ਕਿਉਂਕਿ ਦੁਆਬੇ ਦੇ ਜਿਹੜੀ ਬੈਲਟ ਆ ਇਹ NRI ਬੈਲਟ ਆ। ਸਾਡੇ ਲੋਕਾਂ ਨੂੰ ਅਸੀਂ 에ਅਰਪੋਰਟ ਤੋਂ ਗਿੱਜੇ ਹੋਏ ਆ, ਫਿਰ ਰਾਤੋਂ ਰਾਤ ਜਾਣਾ, ਸਵੇਰੇ ਲੈ ਕੇ ਆਉਣਾ, ਤੇ ਇਸੇ ਤਰ੍ਹਾਂ ਸਾਡਾ ਰਾਸ਼ਨ ਵੀ ਰਾਤੋਂ ਰਾਤ ਜਾਊਗਾ ਤੇ ਸਵੇਰੇ ਸਾਡੇ ਸਾਥੀ ਮੁੜ ਕੇ ਆ ਜਾਇਆ ਕਰਨਗੇ। ਇਸ ਕਰਕੇ ਰਾਸ਼ਨ ਸਾਡਾ ਚੱਲੂਗਾ, ਉੱਥੇ ਪੂਰਾ ਸਾਲ ਲੱਗੇ, 2 ਸਾਲ ਲੱਗਣ, ਰਾਸ਼ਨ ਨਹੀਂ ਕਮੀ ਆਊਗੀ। ਤੰਬੂ ਸੜਕਾਂ ਦੇ ਉੱਤੇ ਹੀ ਗੱਡੋਗੇ, ਪੱਕੀ ਗੱਲ ਹੈ ਕਿ ਜਾਂ ਸ਼ੰਭੂ ਮੋਰਚੇ ਵਾਂਗੂ ਸਾਈਡ ਤੇ ਕਰੋਗੇ, ਬਾਕੀ ਆਵਾਜਾਈ ਚੱਲਦੀ ਰਹੂਗੀ? ਨਹੀਂ ਜੀ, ਸੜਕਾਂ ਦੇ ਉੱਪਰ ਗੱਡਾਂਗੇ ਬਿਲਕੁਲ। ਇਹ ਜੇਕਰ ਸਾਨੂੰ ਨਹੀਂ ਦਿੱਲੀ ਸਰਕਾਰ ਜਾਣ ਦਿੰਦੀ, ਫਿਰ ਉਹਨਾਂ ਦਾ ਵੀ ਕੋਈ ਇੱਧਰ ਆਉਣਾ ਜਾਣਾ ਨਹੀਂ ਹੋਏਗਾ। ਫਿਰ ਬਿਲਕੁਲ ਉਹ ਪੰਜਾਬੀ ਦੀ ਛੋਟੇ ਹੁੰਦੇ ਹੀ ਨਿੱਕੇ ਨੂੰ ਕਹਿੰਦੇ ਨਾ ਵੀ ਤੇਰੇ ਨਾਲ ਕੱਚੀ ਪਾ ਲਈ, ਫਿਰ ਹੁਣ ਉਹਦੇ ਨਾਲ ਕੱਚੀ ਪਾ ਲੈਣੀ ਹੈ ਵੀ ਭਾਈ ਸਾਡੇ ਵੱਲ ਨਹੀਂ ਆਉਣਾ। ਫਿਰ ਜੇ ਸਾਨੂੰ ਨਹੀਂ ਜਾਣ ਦੇਣਾ, ਜਾਂ ਸਾਨੂੰ ਜਾਣ ਦਿਓ, ਅਸੀਂ ਦਿੱਲੀ ਸ਼ਾਂਤੀਪੂਰਵਕ ਬੈਠਾਂਗੇ, ਉੱਥੇ ਰਾਮਲੀਲਾ ਗਰਾਊਂਡ 'ਚ ਅਸੀਂ ਆਪਣਾ ਰੋਜ਼ ਜ਼ਾਹਰ ਕਰਾਂਗੇ। ਜੇ ਸਾਡਾ ਉੱਥੇ ਰੋਜ਼ ਨਹੀਂ ਜ਼ਾਹਰ ਕਰਨ ਦੇਣਾ, ਫਿਰ ਸਾਡੀ ਗਰਾਊਂਡ ਤਾਂ ਫਿਰ ਸੜਕਾਂ ਹੀ ਆ, ਸੜਕਾਂ ਦੇ ਤੰਬੂ ਲੱਗਣਗੇ। ਧੰਨਵਾਦ ਗੱਲਬਾਤ ਕਰ ਲਈ। ਸੋ ਮਨਜੀਤ ਸਿੰਘ ਰਾਏ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਨੇ। ਪਿੰਡਾਂ ਦੇ ਵਿੱਚ ਹੋਕਾ ਇਹ ਦਿੱਤਾ ਜਾ ਰਿਹਾ ਕਿ ਰਾਸ਼ਨ ਜਿਹੜਾ ਆ 20-20, 25-25 ਦਿਨ ਦਾ ਨਾਲ ਲੈ ਕੇ ਜਾਇਆ ਜਾਵੇ। ਜੇਕਰ ਕੋਈ ਪ੍ਰਸ਼ਾਸਨ ਦਾ ਨੁਮਾਇੰਦਾ ਇਹਨਾਂ ਨੂੰ ਰੋਕਦਾ ਆ, ਸੜਕ ਦੇ ਉੱਪਰ ਰੋਕਦਾ, ਤੇ ਕਹਿੰਦੇ ਕਿ ਸੜਕ ਦੇ ਉੱਪਰ ਹੀ ਤੰਬੂ ਗੱਡਾਂਗੇ। ਕਿਉਂਕਿ ਇੱਕ ਗੱਲ ਹੋਰ ਹੈ, ਕਹਿੰਦੇ ਨੇ ਕਿ 26 ਅਤੇ 27 ਦਾ ਹੋਕਾ ਲਾ ਰਹੇ ਆ, ਕਿਸਾਨਾਂ ਦਾ ਅੰਦੋਲਨ 26 ਅਤੇ 27 ਤਰੀਕ ਨੂੰ ਹੋਵੇਗਾ, ਪਰ ਇੱਕ ਦਿਨ ਪਹਿਲਾਂ ਹੀ ਇਹਨਾਂ ਦੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਇੱਕ ਦਿਨ ਪਹਿਲਾਂ ਹੀ ਦਿੱਲੀ ਨੂੰ ਕੂਚ ਕਰੇਗੀ। ਕਹਿੰਦੇ ਕਿ 26 ਤਰੀਕ ਦੀ ਸਵੇਰ ਅਸੀਂ ਦਿੱਲੀ ਦੇ ਵਿੱਚ ਜਾ ਕੇ ਰੋਟੀ ਖਾਵਾਂਗੇ। ਅਸੀਂ ਇੰਨੀ ਵੇਟ ਨਹੀਂ ਕਰ ਸਕਦੇ, 26 ਤਰੀਕ ਨੂੰ ਦਿੱਲੀ ਦੇ ਵਿੱਚ ਹਰ ਹਾਲਤ ਦੇ ਵਿੱਚ ਪਹੁੰਚਣਗੇ। ਜੇ ਨਹੀਂ ਪਹੁੰਚਿਆ ਜਾਊਗਾ, ਜੇ ਬਾਰਡਰ ਕਿਸੇ ਦੇ ਰੋਕਣਗੇ, ਤਾਂ ਫਿਰ ਕਹਿੰਦੇ ਕਿ ਉੱਥੇ ਸੜਕਾਂ ਦੇ ਉੱਪਰ ਹੀ ਤੰਬੂ ਗੱਡ ਕੇ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਮਾਹਲਪੁਰ, ਪਿੰਡ ਕੋਟ ਖੁਰਦ।